10th ਬੀ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੀਅਰ ਸਟੂਡੈਂਟਸ, I am your English teacher Sunil Kumar. Today we will do chapter number 2 from your supplementary book Half a Rupee Worth written by R.K. Narayan। ਤਾਂ R.K. Narayan ਦੁਆਰਾ ਬੇਟੇ ਲਿਖਾ ਗਿਆ ਪਾਠ ਹਾਫ ਏ ਰੁਪੀ ਵਰਥ, ਜਿਹੜਾ ਆਪਾਂ ਅੱਜ ਉਸ ਦੀ ਜਿਹੜੀ ਬਰੀਫ ਜਿਹੜੀ ਹੈ ਸਟੋਰੀ ਆਪਾਂ ਪੜ੍ਹਾਂਗੇ। ਤਾਂ ਕੀ ਹੈ ਬੇਟੇ, ਦਿਸ ਇਜ਼ ਦਾ ਸਟੋਰੀ ਆਫ ਏ ਰਾਈਸ ਮਰਚੈਂਟ ਸੁਬੀਆ। ਕੀ ਹੈ, ਇੱਕ ਅਮੀਰ ਚੌਲ ਵਪਾਰੀ ਸੁਬੀਆ ਦੀ ਕਹਾਣੀ ਹੈ। ਇਨ ਹਿਜ਼ ਸ਼ੋਪ ਦੇਅਰ ਵਾਰ ਆਲ ਵੈਰਾਈਟੀ ਆਫ ਰਾਈਸ। ਉਸ ਦੀ ਕੀ ਹੈ ਬੇਟੇ, ਦੁਕਾਨ ਦੇ ਵਿੱਚ ਸਭ ਪ੍ਰਕਾਰ ਦੇ ਚੌਲ ਸਨ। ਸੁਬੀਆ ਵਾਜ਼ ਏ ਵੈਰੀ ਸ਼੍ਰਿਊਡ ਬਿਜ਼ਨਸਮੈਨ। ਕੀ ਹੈ ਬੇਟੇ, ਸੁਬੀਆ ਇੱਕ ਬੜਾ ਚਤੁਰ ਵਪਾਰੀ ਸੀ। ਹੀ ਸਰਵਾਈਵਡ ਆਲ ਅਪਸ ਐਂਡ ਡਾਊਨ ਆਫ ਹਿਜ਼ ਟ੍ਰੇਡ। ਤਾਂ ਉਹ ਵਪਾਰ ਦੇ ਸਾਰੇ ਉਤਰਾਵਾਂ ਚੜਾਵਾਂ ਦੇ ਬਾਵਜੂਦ ਜਿਹੜਾ ਕੀ ਹੈ ਅਜੇ ਤੱਕ ਬਣਿਆ ਹੋਇਆ ਸੀ। ਹੀ ਹੈਡ 5 ਚਿਲਡਰਨ। ਉਸ ਦੇ 5 ਬੱਚੇ ਸਨ। ਹੀ ਪ੍ਰੋਵਾਈਡਡ ਦੈਮ ਗੁੱਡ ਐਜੂਕੇਸ਼ਨ। ਉਸਨੇ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ। ਹਿਜ਼ ਹਾਊਸ ਵਾਜ਼ ਕੁਆਇਟ ਬਿਗ ਐਂਡ ਹਿਜ਼ ਵਾਈਫ ਹੈਡ ਏ ਲੋਟ ਆਫ ਗੋਲਡ ਓਰਨਾਮੈਂਟ। ਉਸ ਦਾ ਘਰ ਬਹੁਤ ਵੱਡਾ ਸੀ ਔਰ ਉਸ ਦੀ ਪਤਨੀ ਦੇ ਕੋਲ ਬਹੁਤ ਸਾਰੇ ਗਹਿਣੇ ਸਨ ਸੋਨੇ ਦੇ। ਹੀ ਵੁੱਡ ਲੈਂਡ ਮਨੀ ਟੂ ਪੀਪਲ ਔਨ ਹਾਈ ਰੇਟਸ ਆਫ ਇੰਟਰਸਟ। ਉਹ ਲੋਕਾਂ ਨੂੰ ਜਿਹੜਾ ਕੀ ਹੈ ਉੱਚੇ ਵਿਆਜ 'ਤੇ ਰੁਪਏ ਦਿੰਦਾ ਸੀ। ਐਂਡ ਇਫ ਪੀਪਲ ਫੇਲ ਟੂ ਪੇ ਬੈਕ ਦਾ ਮਨੀ, ਜੇਕਰ ਲੋਕ ਉਸ ਦੀ ਰੁਪਏ ਵਾਪਸ ਨਹੀਂ ਕਰ ਪਾਉਂਦੇ ਸੀ, ਹੀ ਵੁੱਡ ਐਕਵਾਇਰ ਦੇਅਰ ਹਾਊਸਸ। ਤਾਂ ਉਹਨਾਂ ਦਾ ਜਿਹੜਾ ਕੀ ਹੈ ਘਰ ਉਹ ਜਿਹੜਾ ਉਹਨਾਂ 'ਤੇ ਕਬਜ਼ਾ ਕਰ ਲੈਂਦਾ ਸੀ। ਡਿਊਰਿੰਗ ਦਾ ਵਾਰ ਹਿਜ਼ ਪ੍ਰੋਫਿਟ ਪਾਈਲਡ ਅਪ। ਔਰ ਜਿਹੜਾ ਕੀ ਹੈ ਜੰਗ ਦੇ ਦਿਨਾਂ ਦੇ ਵਿੱਚ ਕੀ ਸੀ, ਉਸ ਦਾ ਜਿਹੜਾ ਯੁੱਧ ਦੇ ਜਿਹੜਾ ਦੌਰਾਨ ਉਸ ਦਾ ਜਿਹੜਾ ਸੀ ਮੁਨਾਫਾ ਬਹੁਤ ਵੱਧ ਗਿਆ ਸੀ। ਬਟ ਆਫਟਰ ਦਾ ਵਾਰ, ਪਰ ਯੁੱਧ ਤੋਂ ਬਾਅਦ ਦਾ ਗੌਰਮੈਂਟ ਇੰਟਰੋਡਿਊਸ ਪ੍ਰਾਈਸ ਐਂਡ ਫੂਡ ਕੰਟਰੋਲ। ਔਰ ਯੁੱਧ ਤੋਂ ਬਾਅਦ ਕੀ ਸੀ, ਜਿਹੜਾ ਕਿ ਮੁੱਲ ਅਤੇ ਭੋਜਨ 'ਤੇ ਨਿਯੰਤਰਣ ਕਾਨੂੰਨ ਜਿਹੜਾ ਸਰਕਾਰ ਨੇ ਲਾਗੂ ਕਰ ਦਿੱਤਾ। ਬਟ ਸੁਬੀਆ ਆਲਸੋ ਫਾਊਂਡ ਸਲਿਊਸ਼ਨ ਟੂ ਦਿਸ ਪ੍ਰੋਬਲਮ। ਸੁਬੀਆ ਨੇ ਇਸ ਜਿਹੜਾ ਵੀ ਮੁਸ਼ਕਲ ਦਾ ਹੱਲ ਕੱਢ ਲਿਆ। ਹੀ ਵੁੱਡ ਬ੍ਰਾਈਬ ਦਾ ਗੌਰਮੈਂਟ ਆਫੀਸ਼ੀਅਲਸ ਐਂਡ ਦਜ ਸੈਲ ਦਾ ਰਾਈਸ ਇਨ ਦਾ ਬਲੈਕ ਮਾਰਕੀਟ। ਔਰ ਕੀ ਹੈ, ਉਹ ਜਿਹੜੇ ਕਿ ਸਰਕਾਰੀ ਕਰਮਚਾਰੀਆਂ ਨੂੰ ਰਿਸ਼ਵਤ ਦਿੰਦਾ ਸੀ ਔਰ ਜਿਹੜਾ ਕਿ ਉਹ ਚੋਰੀ ਛੁਪੇ ਬਲੈਕ ਮਾਰਕੀਟ ਦੇ ਵਿੱਚ ਉਹ ਕੀ ਹੈ ਗਲਤ ਤਰੀਕੇ ਨਾਲ ਆਪਦੇ ਚਾਵਲ ਵੇਚਦਾ ਸੀ। ਐਟ ਹੀ ਸ਼ੋਪ ਹੀ ਵੁੱਡ ਮੇਅਰ ਸ਼ਾਰਟ ਐਂਡ ਦਸ ਸੇਵ ਏ ਕੰਸੀਡਰੇਬਲ ਕੁਆਂਟਿਟੀ ਆਫ ਰਾਈਸ। ਤਾਂ ਕੀ ਸੀ, ਆਪਣੀ ਦੁਕਾਨ 'ਤੇ ਉਹ ਘੱਟ ਤੋਲਿਆ ਕਰਦਾ ਸੀ ਅਤੇ ਇਸ ਤਰ੍ਹਾਂ ਉਸਨੇ ਕਾਫੀ ਮਾਤਰਾ ਵਿੱਚ ਜਿਹੜੇ ਚੌਲ ਬਚਾ ਲਿਆ ਕਰਦਾ ਸੀ। ਹੀ ਕਨਵਰਟਡ ਵਨ ਆਫ ਹਿਜ਼ ਹਾਊਸ ਇਨਟੂ ਏ ਬਿਗ ਗਡਾਊਨ। ਔਰ ਉਸਨੇ ਆਪਣਾ ਇੱਕ ਘਰ ਕੀ ਹੈ ਇੱਕ ਵੱਡੇ ਗਡਾਊਨ ਦੇ ਵਿੱਚ ਬਦਲ ਲਿਆ ਸੀ। ਹੀ ਵੁੱਡ ਸੈਲ ਹਿਜ਼ ਰਾਈਸ ਟੂ ਹਿਜ਼ ਨੋਨ ਕਸਟਮਰ ਓਨਲੀ। ਔਰ ਉਹ ਜਿਹੜੇ ਚਾਵਲ ਸੀ ਸਿਰਫ ਆਪਦੇ ਜਿਹੜੇ ਜਾਣ ਪਛਾਣ ਵਾਲੇ ਲੋਕਾਂ ਨੂੰ ਹੀ ਵੇਚਦਾ ਸੀ। ਵਨ ਈਵਨਿੰਗ ਐਜ਼ ਹੀ ਹੈਡ ਜਸਟ ਕਲੋਜ਼ਡ ਹਿਜ਼ ਸ਼ੋਪ ਏ ਪਰਸਨ ਕੇਮ ਟੂ ਹਿਮ। ਤਾਂ ਜਦੋਂ ਇੱਕ ਸ਼ਾਮ ਜਦੋਂ ਆਪਣੀ ਦੁਕਾਨ ਬੰਦ ਕਰਨ ਵਾਲਾ ਸੀ ਤਾਂ ਇੱਕ ਵਿਅਕਤੀ ਉਹਦੇ ਕੋਲ ਆਉਂਦਾ ਹੈ। ਹੀ ਰਿਕੁਐਸਟਡ ਹਿਮ ਟੂ ਗਿਵ ਹਿਮ ਰਾਈਸ ਵਰਥ ਹਾਫ ਏ ਰੁਪੀ। ਤਾਂ ਉਸ ਨੂੰ ਰਿਕੁਐਸਟ ਕਰਦਾ ਹੈ ਕਿ ਉਸ ਨੂੰ ਜਿਹੜੇ ਕੀ ਹੈ ਉਹ ਜਿਹੜੇ ਹਾਫ ਜਿਹੜੇ ਕੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਅਠਾਨੀ, ਹਾਫ ਰੁਪਈ ਮੌਕੀ ਹੋ ਗਿਆ, ਅਠਾਨੀ ਦੇ ਜਿਹੜੇ ਕੀ ਹੈ ਉਸ ਨੂੰ ਚੌਲ ਦੇਣ ਲਈ ਉਸ ਨੂੰ ਕਿਹੜਾ ਹੈ ਬੇਨਤੀ ਕਰਦਾ ਹੈ। ਐਟ ਫਸਟ ਸੁਬੀਆ ਰਿਫਿਊਜ਼ਡ। ਪਹਿਲਾਂ ਤਾਂ ਸੁਬੀਆ ਉਸ ਨੂੰ ਮਨਾ ਕਰ ਦਿੰਦਾ ਹੈ। ਬਟ ਆਫਟਰ ਮਚ ਰਿਕੁਐਸਟ ਸੁਬੀਆ ਐਗਰੀ ਟੂ ਗਿਵ ਹਿਮ ਓਨਲੀ ਹਾਫ ਏ ਸੇਰ ਆਫ ਰਾਈਸ ਆਲਦੋ ਦ ਗੌਰਮੈਂਟ ਰੇਟਸ ਵਾਜ 3 ਸੇਰ ਫਾਰ ਏ ਰੁਪੀ। ਤਾਂ ਉਹ ਕੀ ਹੈ ਬੇਟੇ, ਪਹਿਲਾਂ ਤਾਂ ਸੁਬੀਆ ਉਸ ਨੂੰ ਮਨਾ ਕਰਦਾ ਹੈ, ਪਰੰਤੂ ਕਾਫੀ ਮਿੰਟਾਂ ਤੋਂ ਬਾਅਦ ਸੁਬੀਆ ਉਸ ਨੂੰ ਕੇਵਲ ਅੱਧਾ ਸੇਰ ਚੌਲ ਦੇਣ ਲਈ ਸਹਿਮਤ ਹੋ ਜਾਂਦਾ ਹੈ, ਜਦ ਕਿ ਸਰਕਾਰੀ ਭਾਅ 1 ਰੁਪਈਏ ਵਿੱਚ 3 ਸੇਰ ਸੀ। ਹੀ ਟੁੱਕ ਦਾ ਕੋਇਨ ਫਰੋਮ ਦਾ ਮੈਨ ਐਂਡ ਟੋਲਡ ਹਿਮ ਟੂ ਵੇਟ ਦੇਅਰ। ਉਸ ਕੋਲੋਂ ਰੁਪਈਆ ਜਿਹੜਾ ਪੈਸਾ ਅਠਾਨੀ ਲੈ ਲੈਂਦਾ ਹੈ ਔਰ ਉਸ ਨੂੰ ਵੇਟ ਕਰਨ ਲਈ ਕਹਿੰਦਾ ਹੈ। ਦਾ ਮੈਨ ਵੇਟਡ ਫਾਰ ਸੁਬੀਆ ਫਾਰ 3 ਹਾਵਰਸ ਬਟ ਹੀ ਡਿਡ ਨਾਟ ਕਮ। ਤਾਂ ਜਿਹੜਾ ਉਹ ਵਿਅਕਤੀ ਹੈ 3 ਘੰਟੇ ਤੱਕ ਸੁਬੀਆ ਦੀ ਜਿਹੜੀ ਹੈ ਉਹ ਉਸ ਦਾ ਹੀ ਇੰਤਜ਼ਾਰ ਕਰਦਾ ਹੈ ਪਰ ਉਹ ਵਾਪਸ ਨਹੀਂ ਆਉਂਦਾ। ਹੀ ਕਾਲਡ ਐਟ ਸੁਬੀਆਜ਼ ਹਾਊਸ। ਤਾਂ ਉਹ ਕੀ ਹੈ ਸੁਬੀਆ ਦੇ ਘਰ ਜਿਹੜਾ ਹੈ ਉਹ ਗਿਆ। ਤਾਂ ਅੱਗੋਂ ਕੀ ਹੈ ਬੇਟੇ, ਸੁਬੀਆਸ ਵਾਈਫ ਓਪਨ ਦਾ ਡੋਰ। ਉਸ ਦੀ ਪਤਨੀ ਜਿਹੜੇ ਸੁਬੀਆ ਦੀ ਪਤਨੀ ਦਰਵਾਜ਼ਾ ਖੋਲ੍ਹਦੀ ਹੈ। ਸ਼ੀ ਬਿਕੇਮ ਵੈਰੀ ਐਨੈਕਸ਼ੀਅਸ ਵੈਨ ਸੁਬੀਆ ਡਿਡ ਨਾਟ ਕਮ ਬਾਏ 6 ਨੈਕਸਟ ਮੋਰਨਿੰਗ। ਤਾਂ ਸੁਬੀਆ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ, ਉਹ ਬਹੁਤ ਚਿੰਤਤ ਹੋ ਗਈ ਜਦ ਸੁਬੀਆ ਅਗਲੇ ਸਵੇਰੇ 6 ਵਜੇ ਤੱਕ ਵੀ ਨਹੀਂ ਆਇਆ। ਤਾਂ ਨਾਓ ਸੁਬੀਆ ਵਾਜ਼ ਲੁਕਡ ਫਾਰ ਇਨ ਹਿਜ਼ ਗਡਾਊਨ। ਦੇਰ ਸਾ ਹਿਜ਼ ਡੈਡ ਬੋਡੀ ਅੰਡਰ ਦਾ ਫਾਲਨ ਬੈਗਸ ਆਫ ਰਾਈਸ। ਦੇਰ ਵਾਜ਼ ਏ ਹਾਫ ਰੁਪੀ ਕੋਇਨ ਇਨ ਹਿਜ਼ ਹੈਂਡ। ਤਾਂ ਬੇਟੇ ਕੀ ਸੀ, ਤਾਂ ਉਸ ਦਾ ਜਿਹੜਾ ਕੀ ਹੈ ਜਦੋਂ 6 ਵਜੇ ਤੱਕ ਵਾਪਸ ਨਹੀਂ ਆਇਆ ਸੀ, ਹੁਣ ਸੁਬੀਆ ਨੂੰ ਉਸ ਦੇ ਗੋਦਾਮ ਵਿੱਚ ਦੇਖਿਆ ਗਿਆ। ਉਸ ਦਾ ਜਿਹੜਾ ਮ੍ਰਿਤਕ ਸਰੀਰ, ਜਿਹੜੀ ਉਸ ਦੀ ਡੈਡ ਬੋਡੀ ਸੀ, ਚੌਲਾਂ ਦੀਆਂ ਬੋਰੀਆਂ ਹੇਠ ਦੱਬਿਆ ਪਿਆ ਸੀ ਅਤੇ ਉਸ ਦੇ ਹੱਥ ਵਿੱਚ ਇੱਕ
98 ਸੀ। ਤਾਂ ਬੇਟੇ ਇਹ ਸੀ ਹਾਫ ਰੁਪੀ ਵਾਰਡ ਜਿਹੜੀ ਹੈ ਆਰਕਿਨ ਰਾਇਨੋ ਦੁਆਰਾ ਲਿਖੀ ਸਟੋਰੀ ਦੀ ਜਿਹੜੀ ਆਪਾਂ ਜਿਹੜੀ ਬਰੀਫ ਇੰਟਰੋਡਕਸ਼ਨ ਕੀਤੀ ਹੈ। ਇਸ 'ਤੇ ਆਪਾਂ ਬੇਟੇ ਕੁਝ ਇੰਪੋਰਟੈਂਟ ਕੁਐਸਚਨ ਅੱਜ ਕਰਦੇ ਹਾਂ, ਬਾਕੀ ਨੈਕਸਟ ਸੈਸ਼ਨ ਦੇ ਵਿੱਚ ਕਰਾਂਗੇ। ਤਾਂ ਉਹਦੇ ਵਿੱਚ ਇੰਪੋਰਟੈਂਟ ਕੁਐਸਚਨ ਦੇ ਵਿੱਚ ਹਾਫ ਰੁਪੀ ਵਾਰਡ ਦੇ ਵਿੱਚ ਜਿਹੜਾ ਵੈਰੀ ਸ਼ਾਰਟ ਆਨਸਰ ਦੇ ਵਿੱਚ ਸਭ ਤੋਂ ਪਹਿਲਾਂ ਹੈ ਸੁਬਿਆ ਹੈਡ ਡੈਸ਼ ਚਿਲਡਰਨ। ਤਾਂ ਆਪਾਂ ਬਰੀਫ ਸਮਰੀ ਦੇ ਵਿੱਚ ਪੜ੍ਹਿਆ 5, ਉਸ ਦੇ 5 ਬੱਚੇ ਸਨ। ਸੁਬਿਆ ਵਾਜ ਏ ਡੈਸ਼ ਮਰਚੈਂਟ, ਕੌਣ ਸੀ? ਇੱਕ ਰਾਈਸ ਮਰਚੈਂਟ ਸੀ, ਇੱਕ ਜਿਹੜਾ ਚੌਲ ਵੇਚਣ ਵਾਲਾ ਸੀ। ਰਾਈਸ ਵਾਜ ਇਨ ਹਿਜ਼ ਬਲੱਡ, ਆਨਸਰ ਕੀ ਹੈ? ਬਲੱਡ। ਬਿਸਾਈਡ ਸੈਲਿੰਗ ਰਾਈਸ ਵਾਟ ਐਲਸ ਡਿਡ ਸੁਬਿਆ ਡੂ ਟੂ ਅਰਨ ਮੋਰ। ਤਾਂ ਚੌਲ ਵੇਚਣ ਤੋਂ ਇਲਾਵਾ ਹੋਰ ਕੀ ਕਰਦਾ ਸੀ? ਲੈਂਡ ਮਨੀ ਐਟ ਹਾਈ ਰੇਟ ਆਫ ਇੰਟਰਸਟ, ਤਾਂ ਲੋਕਾਂ ਨੂੰ ਉੱਚੇ ਵਿਆਜ 'ਤੇ ਉਹ ਰੁਪਇਆ ਦਿੰਦਾ ਸੀ। ਡੈਸ਼ ਫੈਲ ਓਵਰ ਸੁਬਿਆ ਐਂਡ ਹੀ ਡਾਈਡ, ਬੈਗਸ ਆਫ ਰਾਈਸ ਕੀ ਹੈ? ਜਿਹੜੇ ਚੌਲਾਂ ਦੀਆਂ ਬੋਰੀਆਂ ਉਸ ਦੇ ਉੱਪਰ ਡਿੱਗਦੀਆਂ ਨੇ ਔਰ ਉਹ ਮਰ ਜਾਂਦਾ ਹੈ। ਵੇਅਰ ਡਿਡ ਸੁਬਿਆ ਗੋ ਟੂ ਗੈਟ ਦਾ ਰਾਈਸ, ਤਾਂ ਸੁਬਿਆ ਚਾਵਲ ਲੈਣ ਕਿੱਥੇ ਜਾਂਦਾ ਹੈ? ਹਿਜ਼ ਸੈਕਰਟ ਗਡਾਊਨ, ਉਸ ਦਾ ਜਿਹੜਾ ਕੀ ਹੈ ਸੀਕਰਟ ਗਡਾਊਨ ਹੁੰਦਾ ਹੈ, ਉਸ ਦੇ ਵਿੱਚ ਚੌਲ ਲੈਣ ਜਾਂਦਾ ਹੈ। ਵੇਅਰ ਵਾਜ ਸੁਬਿਆ ਗਡਾਊਨ ਸਿਚੁਏਟਡ ਇਨ ਏ ਬੈਕ ਸਟਰੀਟ, ਇੱਕ ਹੈ ਗਲੀ ਦੇ ਪਿੱਛੇ ਸਥਿਤ ਹੁੰਦਾ ਹੈ। ਸੁਬਿਆ ਵੈਂਟ ਟੂ ਹਿਜ਼ ਡੈਸ਼ ਗਡਾਊਨ ਟੂ ਗੈਟ ਦਾ ਰਾਈਸ, ਕਿੱਥੇ ਜਾਂਦਾ ਹੈ? ਸੀਕਰਟ ਜਿਹੜਾ ਗਡਾਊਨ ਹੈ ਉੱਥੇ ਜਾਂਦਾ ਹੈ। ਹਾਊ ਮਚ ਰਾਈਸ ਡਿਡ ਸੁਬਿਆ ਐਗਰੀ ਟੂ ਸੈਲ ਦਾ ਮੈਨ, ਤਾਂ ਕਿੰਨੇ ਵੇਚਣ ਵਾਸਤੇ ਤਿਆਰ ਹੁੰਦਾ ਹੈ? ਹਾਫ ਏ ਸੇਰ, ਕੀ ਜਿਹੜਾ ਕਿ ਅੱਧਾ ਕਿਲੋ ਹੀ ਚਾਵਲ ਉਸ ਨੂੰ ਅੱਧਾ ਸੇਰ ਚਾਵਲ ਦੇਣ ਵਾਸਤੇ ਤਿਆਰ ਹੁੰਦਾ ਹੈ 98 ਦੇ ਵਿੱਚ। ਫਾਰ ਹਾਊ ਮਚ ਡਿਡ ਸੁਬਿਆ ਐਗਰੀ ਟੂ ਸੈਲ ਦਾ ਰਾਈਸ ਹਾਫ ਏ ਰੁਪੀਜ਼, ਤਾਂ ਅੱਧੇ ਰੁਪਏ ਦੇ ਵਿੱਚ ਜਿਹੜਾ ਕਿ 98 ਦੇ ਵਿੱਚ ਉਸ ਨੂੰ ਜਿਹੜਾ ਉਹ ਚਾਵਲ ਦੇਣ ਲਈ ਤਿਆਰ ਹੁੰਦਾ ਹੈ। ਰਾਈਸ ਵਾਜ਼ ਇਨ ਬਲੱਡ ਮੀਨਸ, ਇਹਦਾ ਮਤਲਬ ਕੀ ਹੈ ਕਿ ਚਾਵਲ ਉਸ ਦੇ ਖੂਨ ਵਿੱਚ ਸਨ। ਹੀ ਨਿਊਜ਼ ਆਲ ਅਬਾਊਟ ਰਾਈਸ ਐਂਡ ਰਾਈਸ ਬਿਜ਼ਨਸ, ਕੀ ਉਹ ਚਾਵਲਾਂ ਉਹ ਚਾਵਲਾਂ ਦੇ ਜਿਹੜੇ ਕਾਰੋਬਾਰ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਇਸ ਦਾ ਮਤਲਬ ਬੇਟੇ ਇਹ ਹੈ। ਤਾਂ ਨੈਕਸਟ ਬੇਟੇ ਕੁਐਸਚਨ ਆਪਾਂ ਇਸ ਨੈਕਸਟ ਸੈਸ਼ਨ ਦੇ ਵਿੱਚ ਕਰਾਂਗੇ। ਥੈਂਕ ਯੂ ਵੈਰੀ ਮੱਚ।